नमस्कार जी, हॉट न्यूज़ इंडिया ਤੇ ਤੁਹਾਡਾ ਸਵਾਗਤ ਕਰਦੀ ਹਾਂ ਤੇ ਮੈਂ ਹਾਂ ਸਮਨਦੀਪ ਕੌਰ। ਦੋਸਤੋ, ਅਸੀਂ ਅਕਸਰ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਇੱਕ ਵਿਲੱਖਣ ਸ਼ਖਸੀਅਤ ਲੈ ਕੇ ਆਉਂਦੇ ਹਾਂ ਜਿਸ ਦੇ ਵਿੱਚ ਬਹੁਤ ਸਾਰੇ ਵਿਲੱਖਣ ਤੱਥ ਛੁਪੇ ਹੋਏ ਹੁੰਦੇ ਹਨ। ਅੱਜ ਇੱਕ ਐਸੀ ਹੀ ਵਿਲੱਖਣ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ। ਉਹਨੇ ਨਕੋਦਰ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਨੂਪ ਕੁਮਾਰ ਜੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੌਜੂਦਾ ਹਾਲਾਤ ਦੇ ਬਾਰੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਆਨਲਾਈਨ ਐਜੂਕੇਸ਼ਨਲ ਸਿਸਟਮ ਦੇ ਬਾਰੇ ਐਂਡ ਜਿਹੜੀਆਂ ਰੋਜ਼ ਚੇਂਜ ਹੁੰਦੀਆਂ ਗਾਈਡਲਾਈਨਸ ਮਿਨੀ ਲਾਕਡਾਊਨ ਨੂੰ ਲੈ ਕੇ ਉਹਦੇ ਬਾਰੇ ਦੇ ਵਿੱਚ ਵੀ ਅਸੀਂ ਵਿਚਾਰ ਚਰਚਾ ਜਿਹੜੀ ਜ਼ਰੂਰ ਕਰਾਂਗੇ। ਨਮਸਕਾਰ ਸਰ। ਨਮਸਕਾਰ ਜੀ, ਥੈਂਕ ਯੂ ਵੈਰੀ ਮਚ। ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਜੇਕਰ ਅਸੀਂ ਗੱਲ ਕਰੀਏ ਅੱਜ ਜੋ ਹਾਲਾਤ ਚੱਲ ਰਹੇ ਨੇ, ਅੱਜ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਪਹਿਲੇ ਨਾਲੋਂ ਜ਼ਿਆਦਾ ਭਿਆਨਕ ਰੂਪ ਲੈ ਕੇ ਜਿਹੜੀ ਉਹ ਪੰਜਾਬ 'ਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਪੈਰ ਪਸਾਰ ਚੁੱਕੀ ਹੈ। ਉਹਨੂੰ ਲੈ ਕੇ ਇੱਕ ਐਜੂਕੇਸ਼ਨਲ ਗਾਈਡਲਾਈਨਸ ਜਿਹੜੀਆਂ ਉਹ ਤਾਂ ਆਈ ਥਿੰਕ ਲਾਸਟ ਈਅਰ ਤੋਂ ਜਿਹੜੀਆਂ ਚੱਲਦੀਆਂ ਆ ਰਹੀਆਂ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਚੇਂਜਿੰਗ ਨਹੀਂ ਆ, ਉਵੇਂ ਦਾ ਉਵੇਂ ਪ੍ਰੋਸੀਜਰ ਚੱਲ ਰਿਹਾ। ਪਰ ਤੁਹਾਨੂੰ ਕੀ ਲੱਗਦਾ ਆ ਕਿ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਚੇਂਜ ਹੋਰ ਹੋਣਾ ਚਾਹੀਦਾ ਸੀ ਜਾਂ ਜਿਹੜੇ ਚੇਂਜਿੰਗ ਆ ਉਹ ਤੋਂ ਟੀਚਰਸ ਐਂਡ ਸਟੂਡੈਂਟਸ ਜਿਹੜੇ ਸੈਟਿਸਫਾਈਡ ਆ? ਸੁਮਨ, ਇਸ ਤਰ੍ਹਾਂ ਹੈ ਕਿ ਦੂਜੀ ਲਹਿਰ ਜਦ ਸ਼ੁਰੂ ਹੋਈ ਹੈ ਤੇ ਲਗਾਤਾਰ ਹੀ ਉਹਦੀ ਜਿਹੜੀ ਤਿੱਖਾਪਨ ਵੱਧਦਾ ਜਾ ਰਿਹਾ ਜੀ। ਔਰ ਵੱਖ-ਵੱਖ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਅੱਡ-ਅੱਡ ਕਿਸਮ ਦੀਆਂ ਗਾਈਡਲਾਈਨਸ ਆ ਰਹੀਆਂ। ਬਿਲਕੁਲ। ਆਪਾਂ ਆਪਣੇ ਸੂਬੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਸਰਕਾਰ ਹਰ ਰੋਜ਼ ਲਗਭਗ ਜਿਵੇਂ ਜਿਵੇਂ ਇਹਦਾ ਅਟੈਕ ਵੱਧਦਾ ਜਾ ਰਿਹਾ, ਜੋ ਇੰਤਜ਼ਾਮ ਸਰਕਾਰ ਕਰ ਰਹੀ ਹੈ ਉਹ ਸ਼ਾਇਦ ਨਾ ਕਾਫੀ ਮਹਿਸੂਸ ਹੋ ਰਹੇ ਨੇ, ਉਹਨੂੰ ਲੈ ਕੇ ਗਾਈਡਲਾਈਨ ਦੇ ਵਿੱਚ ਨਿਰੰਤਰ ਬਦਲਾਅ ਕਰ ਰਹੀ ਹੈ। ਬਿਲਕੁਲ। ਜਿੱਥੇ ਤੱਕ ਸਿੱਖਿਆ ਤੰਤਰ ਦਾ ਸੰਬੰਧ ਹੈ, ਚਾਹੇ ਉਹ ਗੱਲ ਸਕੂਲੀ ਸਿੱਖਿਆ ਜਾਂ ਕਾਲਜ ਦੀ ਹਾਇਰ ਐਜੂਕੇਸ਼ਨ ਉਚੇਰੀ ਸਿੱਖਿਆ, ਉਹਦੇ ਵਿੱਚ ਵੀ ਇਹ ਗਾਈਡਲਾਈਨਸ ਲਗਾਤਾਰ ਬਦਲ ਰਹੀ ਹੈ। ਪਿੱਛੇ ਤੁਸੀਂ ਦੇਖਿਆ ਹੋਣਾ ਕਿ 10ਵੀਂ ਦਾ ਐਗਜ਼ਾਮ ਨਹੀਂ ਹੋਏ ਸੀਗੇ, ਬਹੁਤ ਹੀ ਭੰਬੜ ਭੂਸਾ ਸੀਗਾ, ਸਮਝ ਨਹੀਂ ਲੱਗਦਾ ਸੀ ਐਗਜ਼ਾਮ ਹੋਣੇ ਆ ਨਹੀਂ ਹੋਣੇ ਆ, ਆਨਲਾਈਨ ਹੋਣੇ ਆ ਆਫਲਾਈਨ ਹੋਣੇ ਆ। ਕਾਫੀ ਲੇਟ ਸਰਕਾਰ ਨੇ ਡਿਸੀਜਨ ਕੀਤਾ ਕਿ ਉਹ ਐਗਜ਼ਾਮ ਨਹੀਂ ਹੋਣੇ ਆ ਔਰ ਪਿਛਲੀ ਜਿਹੜੀ ਪਰਫਾਰਮੈਂਸ ਟੀਚਰਸ ਨੂੰ ਵੀ ਜਿਹੜਾ ਉਹ ਮੁਕੰਮਲ ਤੌਰ ਤੇ ਜਾਣਕਾਰੀ ਨਹੀਂ ਮਿਲ ਰਹੀ ਸੀਗੀ ਔਰ ਬਹੁਤ ਟੀਚਰ ਪ੍ਰਿੰਸੀਪਲਸ ਨੂੰ ਆ ਕੇ ਸਮਾਜ ਦੇ ਜਿਹੜੇ ਚਾਹੇ ਉਹ ਬੱਚੇ ਸੀਗੇ ਉਹਨਾਂ ਦੇ ਮਾਪੇ ਆ ਕੇ ਪੁੱਛਦੇ ਸੀ ਕੀ ਹੈ, ਸਾਡੇ ਕੋਲ ਵੀ ਕੋਈ ਕੰਕਰੀਟ ਜਵਾਬ ਨਹੀਂ ਹੁੰਦਾ ਸੀਗਾ। ਉਹ ਸਥਿਤੀ ਹੁਣ 12ਵੀਂ ਦੇ ਇਮਤਿਹਾਨ ਨੂੰ ਲੈ ਕੇ ਬਣੀ ਹੋਈ ਹੈ। ਜੇ ਅਸੀਂ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਕਾਲਜ ਨਾਲ ਸੰਬੰਧਿਤ ਜਿਹੜੇ ਕਾਲਜ ਆ ਉਹਨਾਂ ਨਾਲ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਇੱਕ ਸਮੈਸਟਰ ਦੂਜਾ ਸਮੈਸਟਰ ਦੋ ਤਿੰਨ ਸਮੈਸਟਰ ਅਜਿਹੇ ਲੱਗ ਰਹੇ ਨੇ ਔਰ ਉਹਨਾਂ ਦੇ ਐਗਜ਼ਾਮ ਨਹੀਂ ਹੋਏ ਆ। ਕਹਿਣ ਦਾ ਭਾਵ ਇਹ ਹੈ ਕਿ ਐਜੂਕੇਸ਼ਨ ਤੰਤਰ ਦੇ ਵਿੱਚ ਵੀ ਇਹ ਗਾਈਡਲਾਈਨਸ ਦੀ ਕਲੈਰਿਟੀ ਜਾਂ ਜਿਹੜਾ ਹੈ ਬਹੁਤ ਜ਼ਿਆਦਾ ਸਟੀਕ ਨਾ ਹੋਣਾ ਇਹ ਬੜੀ ਵੱਡੀ ਸਮੱਸਿਆ ਕ੍ਰੀਏਟ ਕਰ ਰਿਹਾ ਹੈ। ਔਰ ਇਸ ਕਰਕੇ ਬੱਚਿਆਂ ਦੇ ਵਿੱਚ, ਬੱਚਿਆਂ ਦੇ ਮਾਂ-ਬਾਪ ਦੇ ਵਿੱਚ ਇੱਕ ਅਜੀਬ ਕਿਸਮ ਦਾ ਸੰਸ਼ੇ ਹੈ, ਸੰਦੇਹ ਹੈ, ਪੇਪਰ ਹੋਣਗੇ ਨਹੀਂ ਹੋਣਗੇ। ਤੇ ਲੇਟ ਜੇ ਪੇਪਰ ਹੋਏ ਤਾਂ ਉਹਨਾਂ ਦੇ ਅੱਗੇ ਜਿਹੜੇ ਬੱਚੇ ਫਾਈਨਲ ਈਅਰ ਦੇ ਨੇ ਉਹਨਾਂ ਨੇ ਜਿਹੜੀ ਅਗਲੀ ਤਿਆਰੀ ਕਰਨੀ ਆ ਉਹਦੇ ਬਾਰੇ ਬਹੁਤ ਦੁਚਿੱਤੀ ਜੀ ਬਣੀ ਹੋਈ ਹੈ। ਔਰ ਅਸੀਂ ਇਸ ਤੰਤਰ ਦਾ ਇੱਕ ਅਹਿਮ ਹਿੱਸਾ ਹੋਣ ਦੇ ਬਾਵਜੂਦ ਵੀ ਕੋਈ ਇਸ ਸਥਿਤੀ ਦੇ ਵਿੱਚ ਨਹੀਂ ਹੈ ਕਿ ਅਸੀਂ ਉਹਨਾਂ ਕੋਈ ਸਟੀਕ ਜਵਾਬ ਦੇ ਸਕੀਏ, ਕਿਉਂਕਿ ਅਸੀਂ ਵੀ ਗਾਈਡਲਾਈਨਸ ਦੇ ਉੱਪਰ ਨਿਰਭਰ ਹਾਂ। ਤੁਸੀਂ ਐਜ਼ ਅ ਟੀਚਰ ਇੱਥੇ ਕਿਹੜੀ ਚੀਜ਼ ਦੀ ਆਪਣੇ ਵੱਲੋਂ ਇੱਕ ਸੁਜੈਸ਼ਨ ਰੱਖਦੇ ਆ ਕਿ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਲਾਸਟ ਈਅਰ ਜੋ ਜਿਵੇਂ ਚੱਲ ਰਿਹਾ ਸੀ ਉਵੇਂ ਹੀ ਇਸ ਵਾਰ ਹੋਣਾ ਚਾਹੀਦਾ? ਐਟਲੀਸਟ ਕੋਈ ਨਾ ਕੋਈ ਸੈਟਿਸਫਾਈਡ ਆਨਸਰ ਜਿਹੜਾ ਅਸੀਂ ਕੁਐਸਚਨ ਜਿਹੜਾ ਸਟੂਡੈਂਟਸ ਦੇ ਪੈਰੈਂਟਸ ਨੂੰ ਦੇ ਸਕਦੇ ਹਾਂ। ਮੈਨੂੰ ਲੱਗ ਰਿਹਾ ਜਿਸ ਹਿਸਾਬ ਦੇ ਨਾਲ ਇਹ ਦੂਜੀ ਲਹਿਰ ਦਾ ਪ੍ਰਕੋਪ ਵੱਧ ਰਿਹਾ ਹੈਗਾ ਕਿ ਸਰਕਾਰਾਂ ਨੂੰ ਇੱਕ ਤੁਰੰਤ ਡਿਸੀਜਨ ਲੈ ਲੈਣਾ ਚਾਹੀਦਾ ਹੈ ਕਿ ਜਿਹੜੇ ਐਗਜ਼ਾਮ ਜਿਵੇਂ ਪਿੱਛੇ ਆਨਲਾਈਨ ਮੋਡ 'ਚ ਕਰਾਏ ਸੀ, ਜਿਹੜੇ ਐਗਜ਼ਾਮਸ ਰਹਿ ਗਏ ਆ ਉਹਨਾਂ ਨੂੰ ਆਨਲਾਈਨ ਮੋਡ ਕਰਾ ਕੇ ਉਹ ਮੁਕੰਮਲ ਕਰ ਲਿੱਤੀ ਜਾਣੀ ਚਾਹੀਦੀ ਪ੍ਰਕਿਰਿਆ। ਔਰ ਜਿਹੜਾ ਅਗਲੀ ਕਲਾਸ ਦੀ ਪ੍ਰਕਿਰਿਆ ਹੈ, ਚਾਹੇ ਉਹ ਐਡਮਿਸ਼ਨ ਦੀ ਹੈ, ਉਹਨਾਂ ਦੀ ਪੜ੍ਹਾਈ ਦੀ ਹੈ, ਉਹਨੂੰ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਕਿ ਜਿਹੜਾ ਪਿਛਲੇ ਸਾਲ ਔਰ ਹੁਣ ਤੱਕ ਦੇ ਗਾਈਡਲਾਈਨਸ ਦੇ ਕਾਰਨ ਜਿਹੜਾ ਸਮੈਸਟਰ ਦੇ ਵਿੱਚ ਔਰ ਦੂਜੀ ਕਲਾਸਾਂ ਦੇ ਵਿੱਚ ਜਿਹੜਾ ਪਾੜ ਪੈ ਗਿਆ, ਗੈਪ ਪੈ ਗਿਆ, ਉਹਨੂੰ ਘਟਾਇਆ ਜਾ ਸਕਦਾ। ਪੂਰਾ ਤਾਂ ਨਹੀਂ ਹੋਣਾ ਪਰ ਲੇਕਿਨ ਘਟਾਇਆ ਜਾ ਸਕਦਾ ਹੈ ਔਰ ਤਾਂ ਕਿ ਅਗਲੇ 6 ਮਹੀਨੇ ਤੱਕ ਇਸ ਦਸੰਬਰ ਜਨਵਰੀ ਤੱਕ ਅਗਲੇ ਸਮੈਸਟਰ ਪ੍ਰੋਪਰ ਪੁਰਾਣੇ ਤਰੀਕੇ ਦੇ ਨਾਲ ਸ਼ੁਰੂ ਹੋ ਸਕਣ। ਇਹ ਜਿਹੜੀ ਆਨਲਾਈਨ ਸਟੱਡੀ ਚੱਲਦੀ ਆ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਟੀਚਰਸ ਜਿਹੜੇ ਆ ਕਿਤੇ ਨਾ ਕਿਤੇ ਟੀਚਰਸ ਨੂੰ ਜ਼ਿਆਦਾ ਟਾਈਮ ਲੱਗਦਾ ਆ ਉਸ ਚੀਜ਼ ਨੂੰ ਕਰਨ ਲਈ? ਕਿਉਂਕਿ ਇੱਕ ਟੈਕਨੀਕਲੀ ਜੇਕਰ ਅਸੀਂ ਦੇਖੀਏ ਅੱਜ ਬਹੁਤ ਜ਼ਿਆਦਾ ਸ਼ੋਰ ਇਸ ਗੱਲ ਦਾ ਵੀ ਹੈ ਕਿ ਬਿਕੋਜ਼ ਆਫ 5G ਆਕਸੀਜਨ ਪਲਾਂਟ ਐਂਡ ਆਲ ਥੀਸ ਮੈਡੀਕਲੀ ਕੁਝ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਕਿ ਪ੍ਰੋਬਲਮਸ ਹੋਈਆਂ ਆ ਤੇ ਇਹ ਵੀ ਇੱਕ ਬੜਾ ਵੱਡਾ ਕਾਰਨ ਮੇਰੇ ਖਿਆਲ ਨਾਲ ਰਹਿੰਦਾ ਆ। ਜਦੋਂ ਅਸੀਂ ਆਨਲਾਈਨ ਸਟੱਡੀਜ਼ ਕਰਦੇ ਆ ਜਾਂ ਆਨਲਾਈਨ ਕਲਾਸਿਸ ਲਗਾਉਂਦੇ ਆ ਤਾਂ ਮੋਸਟ ਆਫ ਟਾਈਮ ਜਦੋਂ ਅਸੀਂ ਆਨਲਾਈਨ ਰਹਿੰਦੇ ਆ ਕਿ ਟੀਚਰਸ ਕਦੀ ਇਸ ਚੀਜ਼ ਦੀ ਸ਼ਿਕਾਇਤ ਕਰਦੇ ਕਿ ਆਨਲਾਈਨ
ਸਟੱਡੀ ਜਿਹੜੀ ਉਹਦੇ ਵਿੱਚ ਥੋੜਾ ਗੈਪ ਹੋਣਾ ਚਾਹੀਦਾ ਕਿ ਜੀ। ਇੰਨੇ ਤੋਂ ਇੰਨੇ ਟਾਈਮ ਬਾਅਦ ਕਲਾਸ ਹੋਣੀ ਚਾਹੀਦੀ ਆ। ਦੇਖੋ ਆਨਲਾਈਨ ਸਟੱਡੀ ਜਿਹੜੀ ਹੈ ਉਹ ਆਫਲਾਈਨ ਸਟੱਡੀ ਜਿਹਨੂੰ ਕਲਾਸਰੂਮ ਟੀਚਿੰਗ ਕਹਿੰਦੇ ਉਹਦਾ ਪੂਰਾ ਬਦਲ ਕਦੇ ਵੀ ਨਹੀਂ ਬਣ ਸਕਦਾ। ਜਿਹੜੇ ਵਿਕਸਿਤ ਦੇਸ਼ ਜਿਨ੍ਹਾਂ ਨੂੰ ਆਪਾਂ ਸਮਝਦੇ ਹਾਂ, ਜਿਨ੍ਹਾਂ ਨੇ 20-25 ਸਾਲ ਪਹਿਲਾਂ ਇਹ ਮਾਡਲ ਅਡਾਪਟ ਕੀਤਾ ਹੋਇਆ ਅਲੱਗ-ਅਲੱਗ ਤਰੀਕੇ ਦੇ ਨਾਲ, ਜੀ, ਉੱਥੇ ਵੀ ਇਹ ਪੂਰਾ ਮੁਕੰਮਲ ਬਦਲ ਨਹੀਂ ਹੈ। ਇਹ ਇੱਕ ਟੀਚਿੰਗ ਐਡੀਸ਼ਨਲ ਟੀਚਿੰਗ ਏਡ ਦੇ ਤੌਰ ਤੇ ਕੰਮ ਤਾਂ ਕਰ ਸਕਦੀ ਹੈ, ਜੀ, ਲੇਕਿਨ ਇਹਦੀਆਂ ਸੀਮਾਵਾਂ ਨੇ। ਖਾਸ ਕਰਕੇ ਜਿਹੜਾ ਨਵਾਂ ਵਰਡ ਚੱਲਦਾ ਡਿਜੀਟਲ ਡਿਵਾਈਡ। ਡਿਜੀਟਲ ਡਿਵਾਈਡ ਦਾ ਮਤਲਬ ਹੈ ਟੀਚਰ ਪੜ੍ਹਿਆ ਲਿਖਿਆ ਹੈ, ਉਹਦੇ ਕੋਲ ਸਾਧਨ ਨੇ, ਉਹਦੇ ਕੋਲ ਉਹ ਸਾਧਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਇੱਕ ਤਜਰਬਾ ਹੈ ਔਰ ਜਿਹੜੀ ਉਹਦੀ ਤਕਨੀਕ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਟ੍ਰੇਨਿੰਗ ਹੈ, ਉਹ ਵੀ ਹੋ ਸਕਦੀ ਹੈ। ਲੇਕਿਨ ਜਿੱਥੇ ਪਹੁੰਚਣੀ ਹੈ, ਚਾਹੇ ਉਹ ਬੱਚੇ ਨੇ ਚਾਹੇ ਬੱਚਿਆਂ ਦੇ ਮਾਪੇ ਨੇ, ਉਹ ਸ਼ਾਇਦ ਉਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਇਸ ਕਰਕੇ ਬੱਚਿਆਂ ਦੇ ਨਾਲ ਆਨਲਾਈਨ ਟ੍ਰੇਨਿੰਗ ਦੇ ਨਾਲ ਪੜ੍ਹਾਉਣਾ ਬਹੁਤ ਇੱਕ ਬੜਾ ਚੈਲੰਜ ਹੈ ਔਰ ਲੰਬੇ ਸਮੇਂ ਤੱਕ ਆਨਲਾਈਨ ਰਹਿਣਾ ਇਹ ਟੀਚਰ ਵਾਸਤੇ ਵੀ ਸੰਭਵ ਨਹੀਂ ਹੈ। ਚਾਹੇ ਉਹ ਨੈਟਵਰਕ ਦੇ ਇਸ਼ੂ ਹੈ, ਚਾਹੇ ਉਹ ਲੰਬੀਆਂ ਇੰਨੀ ਦਰ ਐਕਸਪੋਜ਼ਰ ਹੈਗਾ ਇਸ ਕਿਸਮ ਦਾ, ਇਹ ਸੰਭਾਵਨਾ ਜਿਹੜੀਆਂ ਬੜੀਆਂ ਲਿਮਟਿਡ ਹੋ ਜਾਂਦੀਆਂ ਨੇ। ਇਸ ਕਰਕੇ ਇੱਕ ਬੜੀ ਵੱਡੀ ਚੁਣੌਤੀ ਹੈ ਜਿਹਦੇ ਵਿੱਚ ਟੀਚਰ ਔਰ ਪ੍ਰਿੰਸੀਪਲ ਔਰ ਜਿਹੜਾ ਸਾਰਾ ਟੀਚਿੰਗ ਦਾ ਅਮਲਾ ਫੈਲਾ ਹੈ ਸਿੱਖਿਆ ਦਾ, ਉਹ ਇਸ ਸਾਰੀ ਚੁਣੌਤੀਆਂ ਨੂੰ ਆਪਣੇ ਪੱਧਰ ਤੇ ਨਿਪਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੇਕਿਨ ਸਮੇਂ ਦੀ ਗੱਲ ਹੈ ਕਿਉਂਕਿ ਟ੍ਰਾਂਜੀਸ਼ਨ ਫੇਜ਼ ਹੈ। ਆਲ ਆਫ ਅ ਸਡਨ ਪੂਰੇ ਦੇਸ਼ ਦੇ ਵਿੱਚ ਆਨਲਾਈਨ ਟੀਚਿੰਗ ਨੂੰ ਅਪਣਾਉਣਾ ਪਿਆ ਸੀਗਾ। ਨਾ ਤਾਂ ਟੀਚਿੰਗ ਵਰਲਡ, ਨਾ ਸਟੂਡੈਂਟ ਕਮਿਊਨਿਟੀ, ਨਾ ਪੇਰੈਂਟਸ ਤਿਆਰ ਸੀਗੇ ਇਸ ਕਿਸਮ ਦੀ। ਅਸੀਂ ਤਾਂ ਸਾਰੇ ਟੀਚਰ ਵੀ, ਪੇਰੈਂਟਸ ਵੀ, ਸਮਾਜ ਦਾ ਹਰ ਅੰਗ ਕਹਿੰਦਾ ਸੀਗਾ ਕਿ ਬੱਚਿਆਂ ਨੂੰ ਮੋਬਾਈਲ ਲੈ ਕੇ ਨਹੀਂ ਦੇਣੇ। ਅਸੀਂ ਅਖਬਾਰ ਕਾਲਜਾਂ 'ਚ ਸਕੂਲਾਂ 'ਚ ਥਾਂ ਤੇ ਲਿਖਿਆ ਕਿ ਮੋਬਾਈਲ ਫੋਨ ਨਾਟ ਅਲਾਊਡ। ਅਸੀਂ ਜੇ ਲੈ ਕੇ ਆਉਂਗੇ ਤਾਂ ਫਾਈਨ ਕਰਾਂਗੇ, ਜ਼ਬਤ ਕਰਾਂਗੇ। ਹੁਣ ਅਸੀਂ ਆਪ ਹੀ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹਾਂ। ਇੱਕ ਐਂਟਾਇਰਲੀ ਯੂ ਟਰਨ ਆ ਗਿਆ ਹੈ ਸਮਾਜ ਦੇ ਵਿੱਚ, ਇੱਕ ਨਈ ਕਿਸਮ ਦੀ ਪ੍ਰਸਥਿਤੀ ਖੜੀ ਹੋ ਗਈ ਹੈ। ਉਹਦੇ ਵਾਸਤੇ ਅਸੀਂ ਹੌਲੀ-ਹੌਲੀ ਲੜ ਰਹੇ ਹਾਂ, ਤਿਆਰ ਕਰ ਰਹੇ ਹਾਂ। ਇਹ ਇੱਕ ਨਾਲ ਦੀ ਨਾਲ ਜਿਹੜਾ ਇੱਕ ਇਹਦਾ ਦੂਸਰਾ ਪਹਿਲੂ ਵੀ ਅੱਗੇ ਆਉਂਦਾ ਹੈ ਕਿ ਬੱਚੇ ਕਿਤੇ ਨਾ ਕਿਤੇ ਫੋਨ ਦੀ ਮਿਸਯੂਜ਼ ਕਰਦੇ ਆ, ਤੇ ਜਿਸ ਗੱਲ ਤੋਂ ਪੈਰੈਂਟਸ ਜਿਹੜਾ ਆ ਉਹ ਡਰਦੇ ਆ। ਸੋ ਇਹ ਤਾਂ ਸੀ ਸਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹਾਲਾਤ ਜੋ ਐਜੂਕੇਸ਼ਨਲ ਸਿਸਟਮ ਦੇ ਆ। ਜੇਕਰ ਹੁਣ ਅਸੀਂ ਰੁਖ ਕਰੀਏ ਕਾਲਜ ਦੀ ਸਟੱਡੀ ਦੇ ਵੱਲ, ਤੇ ਅੱਜ ਇੱਕ ਦੌਰ ਇਹੋ ਜਿਹਾ ਆ ਗਿਆ ਹੈ ਜਿੱਥੇ ਬੱਚੇ ਜਿਹੜੇ ਆ ਉਹ ਕਾਲਜ ਆਈ ਥਿੰਕ ਬਹੁਤ ਘੱਟ ਜੁਆਇਨ ਕਰਦੇ ਆ। ਤੇ ਆਪਣੇ ਇਸ ਕਾਲਜ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕਿੰਨੇ ਜਿਹੜੇ ਸਟੂਡੈਂਟਸ ਆ ਇੱਥੇ ਐਡਮਿਸ਼ਨ ਜਿਹੜੇ ਉਹ ਕਰਵਾ ਚੁੱਕੇ ਜੀ? ਦੇਖੋ ਹਾਲੇ ਤਾਂ ਕਿਉਂਕਿ +2 ਦਾ ਐਗਜ਼ਾਮ ਹੋਇਆ ਨਹੀਂ ਹੈ, ਨਾ CBSE ਦਾ ਬੋਰਡ ਦਾ ਹੋਇਆ, ਨਾ ਪੰਜਾਬ ਦਾ, ਨਾ ਕਿਸੇ ਹੋਰ ਬੋਰਡ ਦਾ। ਇਸ ਕਰਕੇ ਡਿਗਰੀ ਕਲਾਸਾਂ ਦੀ ਐਡਮਿਸ਼ਨ ਹਾਲੇ ਕਾਲਜਾਂ 'ਚ ਨਹੀਂ ਸ਼ੁਰੂ ਹੋਈ, ਕਿਉਂਕਿ ਜਦ ਤੱਕ ਐਡਮਿਸ਼ਨ ਨਹੀਂ +2 ਦਾ ਐਗਜ਼ਾਮ ਨਹੀਂ ਹੁੰਦਾ, ਤੇ ਉਹ ਚਾਹੇ ਪ੍ਰਮੋਟ ਹੋਣ ਜਾਂ ਐਗਜ਼ਾਮ ਹੋਣ, ਜਿਵੇਂ ਵੀ ਕੋਈ ਫੈਸਲਾ ਸਰਕਾਰ ਕਰਦੀ ਉਹਦੇ ਬਾਅਦ ਹੀ ਕਾਲਜਾਂ 'ਚ ਐਡਮਿਸ਼ਨ ਹੋਊਗੀ। ਲੇਕਿਨ ਜਿਹੜਾ ਤੁਹਾਡਾ ਪਹਿਲਾ ਇਸ ਸਵਾਲ ਦਾ ਪਹਿਲਾ ਹਿੱਸਾ ਹੈ ਕਿ ਬੱਚਿਆਂ ਦਾ ਉਚੇਰੀ ਸਿੱਖਿਆ ਦੇ ਵਿੱਚ ਰੁਝਾਨ ਘਟ ਰਿਹਾ, ਇਹ ਬਿਲਕੁਲ ਠੀਕ ਗੱਲ ਹੈ। ਔਰ ਖਾਸ ਕਰਕੇ ਜਿਹੜਾ ਸਾਡਾ ਇਲਾਕਾ ਜਿੱਥੇ ਨਕੋਦਰ ਜਿੱਥੇ ਬੈਠੇ ਹਾਂ, ਜਿਹਨੂੰ ਡਾਲਰ ਬੈਲਟ ਕਹਿੰਦੇ ਆ, ਦੁਆਬੇ ਦੀ ਉਹ ਧਰਤੀ ਹੈ ਜਿੱਥੇ ਬਾਹਰ ਜਾਣ ਦੀ ਤਾਂਘ ਔਰ ਮੋਹ ਔਰ ਖਿੱਚ ਬਹੁਤ ਜ਼ਿਆਦਾ ਹੈ। ਪੇਰੈਂਟਸ ਨੂੰ ਔਰ ਬੱਚਿਆਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਇਹ +2 ਦੇ ਬਾਅਦ ਬਾਹਰ ਜਾ ਕੇ ਕਰੀਅਰ ਬਣਾਉਣਾ ਸੌਖਾ ਹੈ ਔਰ ਇੱਕ ਸੌਖਾ ਵਿਕਲਪ ਹੈ। ਇੱਥੇ 3 ਸਾਲ ਮਿਹਨਤ ਕਰਨ ਦੇ ਬਾਅਦ, ਉਹਦੇ ਬਾਅਦ PG ਕਰਨ ਦੇ ਬਾਅਦ ਸ਼ਾਇਦ ਉੱਦਾਂ ਦੇ ਅਵਸਰ ਨਹੀਂ ਹੈ, ਮੌਕੇ ਨਹੀਂ ਹੈ, ਇਹ ਮੰਨਣ ਦੇ ਵਿੱਚ ਉਹਨਾਂ ਦੀ ਗੱਲ ਹੈ। ਤੁਸੀਂ ਕਹਿੰਦੇ ਹੋ ਕਿ ਅਵਸਰ ਨਹੀਂ ਆ, ਮੌਕੇ ਨਹੀਂ ਮਿਲਦੇ, ਔਰ ਕਿਤੇ ਨਾ ਕਿਤੇ ਜਿਹੜੀ ਸਾਡੀ ਜਨਤਾ ਆ ਉਹ, ਜੇਕਰ ਅਸੀਂ ਅੱਜ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਜਿਹੜੀ ਉਹ ਬੜੀ ਸਾਹਮਣੇ ਪਰੋਸੀ ਪਈ ਆ, ਹਾਲਾਤ ਜਿਹੜੇ ਉਹ ਸਾਹਮਣੇ ਦਿਖਦੇ ਨੇ। ਅਕਸਰ ਲੋਕ ਇਹ ਸ਼ਿਕਾਇਤ ਕਰਦੇ ਕਿ ਸਾਨੂੰ ਰੁਜ਼ਗਾਰ ਨਹੀਂ ਆ, ਖਾਸ ਕਰ ਸਰਕਾਰੀ ਨੌਕਰੀ ਨਹੀਂ। ਉਹਦੇ ਵਿਸ਼ੇ ਦੇ ਵਿੱਚ ਤੁਸੀਂ ਕੀ ਕਹੋਗੇ ਕਿ ਜੇਕਰ ਬੱਚਾ ਕੋਈ ਮੁਕੰਮਲ ਕਿਸੇ ਦੀ ਪੜ੍ਹਾਈ ਜਿਹੜੀ ਸੰਪੂਰਨ ਹੈ, ਕਿ ਉਹਦੇ ਲਈ ਅਵਸਰ ਜਿਹੜੇ ਆ ਉਹ ਪੈਦਾ ਹੋਣੇ ਆਸਾਨ ਨੇ ਕਿ ਨਹੀਂ? ਦੇਖੋ ਇਹ ਬੜਾ ਅੱਛਾ ਸਵਾਲ ਹੈ। ਮੈਂ ਇਸ ਗੱਲ ਦੀ ਬੜੀ ਪੜਚੋਲ ਕਰਦਾ ਔਰ ਕਿ ਕਾਰਨ ਕੀ ਹੈ ਕਿ ਬੱਚੇ ਬਾਹਰ ਕਿਉਂ ਜਾਣਾ ਚਾਹੁੰਦੇ ਜੀ। ਤੇ ਮੈਨੂੰ ਵੀ ਲੱਗਦਾ ਹੈ ਕਿ ਉਹ ਇਸ ਤਰੀਕੇ ਦਾ ਕਾਰਨ ਇਹ ਹੈ ਕਿ ਬੱਚਿਆਂ ਦੇ ਮਨ ਦੇ ਵਿੱਚ ਫਸਟ, ਸੈਕੰਡ, ਥਰਡ ਜਨਰੇਸ਼ਨ ਜਿਹੜੇ ਪੁਰਾਣੇ ਉਹਨਾਂ ਦੇ ਪੇਰੈਂਟਸ ਬਾਹਰ ਗਏ ਹੋਏ ਹੈ, ਤੇ ਉਹਨਾਂ ਨੂੰ ਲੱਗਦਾ ਕਿ ਪੇਰੈਂਟਸ ਨਾਲ ਇਕੱਠੇ ਹੋ ਜਾਵਾਂਗੇ, ਪੇਰੈਂਟਸ ਨੂੰ ਲੱਗਦਾ ਬੱਚੇ ਅਸੀਂ ਸਾਡੇ ਪਰਿਵਾਰ ਉੱਥੇ ਹੋ ਜਾਊਗਾ। ਤੇ ਰਾਈਟ ਫਰੋਮ ਸਕੂਲ, ਅਰਲੀ ਸਕੂਲ ਐਜੂਕੇਸ਼ਨ, ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਗੱਲ ਬੈਠੀ ਮੈਂ ਤਾਂ ਬਾਹਰ ਹੀ ਜਾਣਾ। ਉਸ ਭੁਲੇਖੇ ਦੇ ਵਿੱਚ ਜਾਂ ਉਸ ਜਿਹੜਾ ਉਹਨਾਂ ਦੇ ਦਿਮਾਗ 'ਚ ਗੱਲ ਬੈਠੀ ਹੋਈ ਆ ਉਹਦੇ ਪ੍ਰਭਾਵ ਹੇਠਾਂ ਉਹ ਚਾਹੇ ਸਕੂਲ ਐਜੂਕੇਸ਼ਨ ਹੈ ਉਹ ਵੀ ਕੋਈ ਬਹੁਤ ਵਧੀਆ ਨਹੀਂ ਕਰਦੇ। ਮੈਜੋਰਟੀ ਬੱਚਿਆਂ ਦੀ ਗੱਲ ਕਰਦੇ, ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਔਰ ਐਜ਼ ਅ ਰਿਜ਼ਲਟ ਆਫ ਵਿੱਚ ਜਿਹੜੀ ਸਰਕਾਰ ਨੇ ਜਿਹੜੀ ਸਕਿੱਲ ਡਿਵੈਲਪਮੈਂਟ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੀ ਕਾਫੀ ਦੇਰ ਤੋਂ ਮੁਹਿੰਮ ਚਲਾਈ ਹੋਈ ਹੈ, ਉਹਦੇ ਕੋਈ ਬਹੁਤ ਵਧੀਆ ਸਿੱਟੇ ਨਹੀਂ ਨਿਕਲ ਰਹੇ। ਇਸ ਕਰਕੇ ਬੱਚੇ ਸਕਿੱਲ ਐਜੂਕੇਸ਼ਨ ਨੂੰ ਪ੍ਰਮੋਟ ਨਹੀਂ ਕਰ ਰਹੇ, ਨਾ ਪਾਰਟਿਸਿਪੇਟ ਕਰ ਰਹੇ।
ਇਸ ਕਰਕੇ ਬੱਚਾ ਜੇ 12ਵੀਂ 10ਵੀਂ 12ਵੀਂ ਟ੍ਰੈਡੀਸ਼ਨਲ ਜੇ ਸਬਜੈਕਟ ਲੈ ਕੇ ਕਰਦਾ, ਉਹਦੇ ਕੋਲ ਕੋਈ ਸਕਿੱਲ ਨਹੀਂ ਹੈ, ਕੋਈ ਹੁਨਰ ਨਹੀਂ ਹੈ, ਉਹਨੂੰ ਅੱਜ ਦੇ ਦੌਰ ਦੇ ਵਿੱਚ ਆਪਣਾ ਦੇਸ਼ ਦੇ ਵਿੱਚ ਲੱਗਦਾ ਕਿ ਆਪਣਾ ਇੱਕ ਸਥਾਨ ਬਣਾਉਣਾ, ਇੱਕ ਨੌਕਰੀ ਲੈਣਾ ਔਖਾ ਲੱਗਦਾ ਹੈ। ਹਾਲਾਂਕਿ ਇਹ ਗੱਲ ਬਿਲਕੁਲ ਠੀਕ ਨਹੀਂ ਹੈ। ਅੱਜ ਦੀ ਡੇਟ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਅਫਸਰ ਨੇ, ਪ੍ਰਾਈਵੇਟਾਈਜੇਸ਼ਨ ਦੇ ਹੋਣ ਦੇ ਨਾਲ ਪ੍ਰਾਈਵੇਟ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਅਫਸਰ ਨੇ, ਲੇਕਿਨ ਸਰਕਾਰ ਦੀ ਜਿਹੜੀ ਇੱਕ ਬੱਚਿਆਂ ਦੀ ਔਰ ਪੇਰੈਂਟਸ ਦੀ ਆਮ ਤੌਰ 'ਤੇ ਮਾਨਸਿਕਤਾ ਵੀ ਸਰਕਾਰੀ ਨੌਕਰੀ ਮਿਲ ਗਈ ਤਾਂ ਚਲੋ ਸ਼ਾਇਦ ਮੇਰੀ ਸਾਰੀ ਉਮਰ ਦਾ ਇੱਕ ਸਿਕਿਉਰਿਟੀ ਕਾਈਂਡ ਆਫ ਇੰਸ਼ੋਰੈਂਸ ਹੋ ਜਾਂਦਾ ਹੈ। ਉਹ ਅੱਜ ਡੇਟ ਉਹ ਅੱਜ ਇਹ ਸੋਚ ਨਹੀਂ ਕਾਮਯਾਬ ਹੋਣੀ ਹੈ। ਅੱਜ ਦੀ ਡੇਟ ਦੇ ਵਿੱਚ ਜੇ ਬੱਚੇ ਨੇ ਕਾਮਯਾਬ ਹੋਣਾ ਹੈ ਤੇ ਉਹਨੂੰ ਜਿਹੜੀ ਬੇਸਿਕ ਸਿੱਖਿਆ ਦੇ ਨਾਲ ਨਾਲ ਉਹਨੂੰ ਕੋਈ ਨਾ ਕੋਈ ਹੁਨਰ ਜਿਹੜਾ ਜ਼ਰੂਰ ਉਹਨੂੰ ਆਉਣਾ ਚਾਹੀਦਾ ਹੈ। ਔਰ ਜੇ ਉਹ ਹੁਨਰ ਬੱਚੇ ਦੇ ਵਿੱਚ ਹੈ, ਬੇਸਿਕ ਸਿੱਖਿਆ ਹੈ, ਬੋਲਚਾਲ ਆਉਂਦੀ ਹੈ, ਪੜ੍ਹਨਾ ਲਿਖਣਾ ਆਉਂਦਾ ਹੈ, ਜਮਾ ਘਟਾਓ ਕਰਨਾ ਆਉਂਦਾ ਹੈ, ਤੇ ਇੱਥੇ ਰਹਿ ਕੇ ਵੀ ਬਿਹਤਰੀਨ ਜੋ ਹੈ ਉਹਦੇ ਕੋਲ ਅੱਜ ਮੌਕੇ ਨੇ, ਅਫਸਰ ਨੇ। ਔਰ ਅੱਜ ਇੱਕ ਸੈਲਫ ਇੰਪਲੋਇਮੈਂਟ ਦਾ ਇੱਕ ਬੜਾ ਵੱਡਾ ਖਿੱਤਾ ਹੈ, ਉਹਦੇ 'ਚ ਸਰਕਾਰ ਟ੍ਰੇਨਿੰਗ ਕਰ ਰਹੀ ਹੈ, ਸਰਕਾਰ ਬੈਂਕ ਦੇ ਲੋਨ ਲੈ ਕੇ ਉਹਨਾਂ ਨੂੰ ਐਸਟੈਬਲਿਸ਼ ਕਰਨ ਦੀ ਗੱਲ ਕਰ ਰਹੀ ਹੈ। ਲੇਕਿਨ ਇਹ ਲੱਗਦਾ ਹੈ ਕਿ ਪੇਰੈਂਟਸ ਨੂੰ ਬੱਚਿਆਂ ਨੂੰ ਕਿ ਸ਼ਾਇਦ ਇੱਕ ਸ਼ਿਓਰ ਵੇ ਨਹੀਂ ਹੈ। ਹਾਲਾਂਕਿ ਇਹੀ ਸ਼ਿਓਰ ਵੇ ਹੈ, ਲੇਕਿਨ ਇਹ ਸ਼ਾਰਟ ਨਹੀਂ ਹੈ, ਸ਼ਾਰਟ ਨਹੀਂ ਹੈ। ਜੋ ਸ਼ਾਰਟਕਟ ਲੱਭਦੇ ਹੈ ਕਿ 10ਵੀਂ 12ਵੀਂ ਕਰੋ ਤੇ ਬਾਅਦ ਮਿਹਨਤ ਹੈ, ਇਹ ਤਾਂ ਮਿਹਨਤ ਹੈ, ਇਹ ਤਾਂ ਸਕਿੱਲ ਹੈ, ਇਹ ਤੁਹਾਡੀ ਜਿਹੜੀ ਕੋਈ ਡੈਫੀਸ਼ੀਐਂਸੀ ਹੈ ਉਹਨੂੰ ਅਪਗ੍ਰੇਡ ਕਰਨ ਦੀ ਗੱਲ ਹੈ। ਔਰ ਇੱਕ ਲਗਨ ਔਰ ਮਿਹਨਤ ਔਰ ਜਜ਼ਬੇ ਦੇ ਨਾਲ ਇਹਨੂੰ ਪਰਸੂ ਕਰਨ ਦੀ ਲੋੜ ਹੈ। ਜੋ ਬਹੁਤ ਸਾਰੇ ਬੱਚੇ ਆ, ਇੱਕ ਹਿਊਮਨ ਨੇਚਰ ਹੈ, ਇੱਕ ਪਾਸੇ ਸਸਤਾ ਔਰ ਸੌਖਾ ਵਿਕਲਪ ਹੋਵੇ, ਦੂਸਰੇ ਪਾਸੇ ਤੁਹਾਡੀ ਮਿਹਨਤ ਹੋਵੇ, ਤੇ ਇੱਕ ਮਨੁੱਖੀ ਫਿਤਰਤ ਹੈ ਅਸੀਂ ਸੌਖੇ ਵਿਕਲਪ ਵੱਲ ਆਮ ਤੌਰ ਤੇ ਭੱਜਦੇ ਹਾਂ। ਹਾਲਾਂਕਿ ਮੈਂ ਪੂਰੇ ਦਾਅਵੇ ਦੇ ਨਾਲ ਕਹਿ ਸਕਦਾ ਕਿ ਅੱਜ ਦੇ ਭਾਰਤ ਦੇ ਵਿੱਚ ਜਿਹੜਾ ਨਿਊ ਇੰਡੀਆ ਦਾ ਕਨਸੈਪਟ ਇਮਰਜ ਹੋ ਰਿਹਾ, ਉਹਦੇ ਵਿੱਚ ਸਕਿਲਡ ਬੱਚਿਆਂ ਦੀ ਬਹੁਤ ਸੁਨਹਿਰਾ ਭਵਿੱਖ ਹੈ। ਇਸ ਕਰਕੇ ਬੱਚਿਆਂ ਨੂੰ ਆਪਣੀ ਟ੍ਰੈਡੀਸ਼ਨਲ ਐਜੂਕੇਸ਼ਨ ਦੇ ਨਾਲ ਨਾਲ ਕੋਈ ਨਾ ਕੋਈ, ਅਸੀਂ ਇਹਨੂੰ ਮੱਦੇਨਜ਼ਰ ਰੱਖਦੇ, ਦੇਖੋ UGC ਦੇ ਨਾਲ ਸਾਰੇ ਕਾਲਜ ਹਿੰਦੁਸਤਾਨ ਦੇ ਐਫੀਲੀਏਟਡ ਹੋਣੇ, ਅਸੀਂ UGC ਤੋਂ ਐਫੀਲੀਏਟ ਕਰਵਾ ਕੇ ਕੱਚਾ ਜਿਹੜੀ ਸਕੀਮ ਹੈ ਕਮਿਊਨਿਟੀ ਡਿਵੈਲਪਮੈਂਟ ਸਕੀਮ, ਉਹ 4 ਡਿਪਲੋਮੇ ਆਪਣੇ ਕਾਲਜ 'ਚ ਲੈ ਕੇ ਆਏ, ਚਾਹੇ ਉਹ ਬਿਊਟੀਸ਼ੀਅਨ ਦਾ ਹੈ, ਚਾਹੇ ਉਹ ਸਿਲਾਈ ਕਢਾਈ ਫੈਸ਼ਨ ਡਿਜ਼ਾਈਨਿੰਗ ਦਾ ਹੈ, ਕਮਿਊਨੀਕੇਸ਼ਨ ਸਕਿੱਲਸ ਦਾ ਹੈ, ਜਾਂ ਟ੍ਰੇਨਿੰਗ ਸ਼ੈਫ ਦਾ ਹੈ। ਅਸੀਂ ਇਸ ਬਾਰੇ 4-5 ਕੋਰ ਡਿਪਲੋਮੇ ਹੋਰ ਲੈ ਕੇ ਆ ਰਹੇ ਹਾਂ। ਅਸੀਂ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਲੈ ਕੇ ਆ ਰਹੇ ਹਾਂ, ਅਸੀਂ ਨੈਨੀ ਟ੍ਰੇਨਿੰਗ ਦਾ ਲੈ ਕੇ ਆ ਰਹੇ ਹਾਂ, ਅਸੀਂ ਕੋਈ ਜਿਹੜੇ ਬੱਚੇ ਕੋਈ AC ਰੈਫ੍ਰਿਜਰੇਸ਼ਨ ਇਲੈਕਟ੍ਰੀਸ਼ੀਅਨ ਇਹ ਕੋਰਸਿਸ ਵੀ ਲੈ ਕੇ ਆ ਰਹੇ ਹਾਂ, ਤਾਂ ਕਿ ਬੱਚਾ ਜੇ ਸਾਡੇ ਕੋਲ ਸਟ੍ਰੀਮਲਾਈਨ ਇੱਕ ਪੁਰਾਣੀ ਪਰੰਪਰਾਗਤ ਸਟਰੀਮ ਦੇ ਵਿੱਚ ਵੀ ਰਹਿੰਦਾ ਹੈ, ਲੇਕਿਨ ਨਾਲ 3 ਸਾਲ ਰਹਿ ਕੇ ਇਹ ਕੋਈ ਹੁਨਰ ਇਹਨਾਂ ਦੇ ਵਿੱਚੋਂ ਸ਼ਾਮਿਲ ਕਰ ਲੈਂਦਾ ਆਪਣੀ ਪਰਸਨੈਲਿਟੀ ਦੇ ਵਿੱਚ, ਉਹਨੂੰ ਇੱਥੇ ਹੀ ਕੰਮ ਤੋਂ ਵੇਲੇ ਲਿਖਤੀ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲੀ ਵੀ ਜਿਹੜੀਆਂ ਉਹ ਚੀਜ਼ਾਂ ਉਹਨੂੰ ਸਿੱਖਣ ਨੂੰ ਮਿਲਦੀਆਂ, ਜਿਨ੍ਹਾਂ ਨੂੰ ਉਹ ਇੱਕ ਕਿੱਤੇ ਦੇ ਰੂਪ ਦੇ ਵਿੱਚ ਆਪਣੀ ਆਉਣ ਵਾਲੀ ਜ਼ਿੰਦਗੀ 'ਚ ਧਾਰਨ ਕਰ ਸਕਦੇ ਆ, ਜਿਹੜੀ ਕਿ ਆਮ ਲੋਕਾਂ ਦੀ ਹੁਣ ਧਾਰਨਾ ਬਣੀ ਹੋਈ ਕਿ ਸ਼ਾਇਦ ਅਸੀਂ ਬਾਹਰ ਜਾ ਕੇ ਹੀ ਕੁਝ ਕਰ ਪਾਵਾਂਗੇ। ਸਰ, ਇੱਥੇ ਗੱਲ ਬਾਹਰ ਜਾਣ ਦੀ ਹੋਈ ਸੀ, ਵਿਦੇਸ਼ ਜਾਣ ਦੀ ਹੋਈ ਸੀ, ਉੱਥੇ ਇੱਕ ਸਮਾਜਿਕ ਪੱਖ ਜਿਹੜਾ ਉਹ ਬੜਾ ਜੁੜਿਆ ਹੋਇਆ ਨਜ਼ਰ ਆਉਂਦਾ ਹੈ ਕਿ ਇੱਕ ਸਮਾਂ ਸੀ ਜਦੋਂ ਔਰਤ ਨੂੰ ਜਾਂ ਸਾਡੀ ਬੇਟੀ ਨੂੰ, ਧੀ ਨੂੰ ਇਕੱਲਿਆਂ ਕਿਤੇ ਭੇਜਣ ਦਾ ਕੋਈ ਸਮਝਦੇ ਹੀ ਨਹੀਂ ਸੀ, ਵਿਸ਼ਵਾਸ ਹੀ ਨਹੀਂ ਹੁੰਦਾ ਸੀ ਕਿ ਸ਼ਾਇਦ ਸੇਫ ਹੈ ਜਾਂ ਨਹੀਂ ਹੈ। ਅੱਜ ਇੱਕ ਇਹੋ ਜਿਹਾ ਦੌਰ ਚੱਲ ਪਿਆ ਹੈ ਕਿ ਗੁੜੀਆ 12th ਕਰਦੀ ਆ, ਉਸ ਤੋਂ ਬਾਅਦ ਵਿੱਚ ਅਸੀਂ ਉਹਨੂੰ IELTS ਕਰਵਾ ਦਿੰਦੇ ਆ, ਉਸ ਤੋਂ ਬਾਅਦ ਵਿੱਚ ਉਹ ਕੈਨੇਡਾ ਲਈ ਅਪਲਾਈ ਕਰਦੇ ਆ ਐਂਡ ਉਹ ਇਕੱਲੀ ਬਾਹਰ ਜਾਂਦੀ ਆ ਤੇ ਉੱਥੇ ਜਾ ਕੇ ਸੈਟਲ ਹੁੰਦੀ ਆ ਜਾਂ ਕਿੰਨਾ ਸੰਘਰਸ਼ ਕਰਦੀ ਆ, ਉਹ ਸ਼ਾਇਦ ਇੱਕ ਬੈਕ ਸਕਰੀਨ ਇੱਕ ਗੱਲ ਅਸੀਂ ਕਹਿ ਲਈਏ ਕਿ ਰਹਿ ਜਾਂਦੀ ਹੈ, ਜਿਹੜੀ ਕਿ ਸਮਾਜ ਦੇ ਸਾਹਮਣੇ ਨਹੀਂ ਆਉਂਦੀ। ਤੇ ਪੈਰੈਂਟਸ ਨੂੰ ਕਿਤੇ ਨਾ ਕਿਤੇ ਇਹ ਸੈਟਿਸਫੈਕਸ਼ਨ ਮਿਲਦੀ ਕਿ ਐਟਲੀਸਟ ਸਾਡੀ ਬੇਟੀ ਜਿਹੜੀ ਆ ਉਹ ਉੱਥੇ ਚਲੇ ਗਈ ਆ। ਉਹਦੇ ਬਾਰੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਬੜਾ ਅੱਛਾ ਜਿਹੜਾ ਇਸ਼ੂ ਤੁਸੀਂ ਚੱਕਿਆ ਹੈ ਕਿ ਜਿਸ ਬੱਚੇ ਨੂੰ ਅਸੀਂ ਜਾਂ ਉਹ ਇੱਥੇ MA ਵੀ ਕਰਦੀ ਹੋਵੇ, ਉਹਨੂੰ ਬਾਜ਼ਾਰੋਂ ਕੋਈ ਛੋਟੀ ਸਬਜ਼ੀ, ਦਹੀਂ, ਕੋਈ ਹੋਰ ਸਮਾਨ ਲੈਣ ਵੀ ਨਹੀਂ ਭੇਜਦੇ, ਨਾਲ ਛੋਟਾ ਜਿਹਾ ਬਚਾ ਕੇ ਉਹਨੂੰ ਵਿੱਚ ਭੇਜ ਦਿੰਦੇ ਆ ਜੀ। ਤੇ ਦੂਸਰੇ ਪਾਸੇ +2 ਦੇ ਬਾਅਦ ਉਹ ਬੱਚੀ ਜਿਹੜੀ ਆਪਣੇ ਪਿੰਡੋਂ ਬਾਹਰ ਰਹੀ, ਉਹਨੂੰ ਜਹਾਜ਼ ਬਿਠਾ ਕੇ ਸਿੱਧਾ ਅਸੀਂ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਉੱਥੇ ਸਭ ਮਿਲਣਗੇ। ਔਰ ਬੜੀ ਸਟ੍ਰੇਂਜ ਗੱਲ ਹੈ ਜਿਹੜੀ ਤੁਸੀਂ ਕਿਹਾ ਕਿ ਇਹਦੀ ਬੈਕਡ੍ਰੌਪ ਔਰ ਬੈਕ ਸਕਰੀਨ ਸਟੋਰੀ ਆਪਾਂ ਅਕਸਰ ਹੀ ਦੇਖਦੇ ਹਾਂ ਉੱਥੇ ਕੀ ਹੋ ਰਿਹਾ, ਕਿ ਉਹਦੇ ਪਿੱਛੇ ਵੀ ਦੇਖੋ ਕਾਰਨ ਇਹੀ ਹੈ ਕਿ ਬੱਚੇ ਇੱਥੋਂ ਪੂਰੀ ਤਰ੍ਹਾਂ ਤਿਆਰ ਹੋ ਕੇ ਜੇ ਜਾਣਗੇ, ਚਾਹੇ ਉਹ ਫਿਰ ਕੋਈ ਵੀ ਮੁਲਕ ਹੋ, ਉਹ ਸੇਫਲੀ ਕੌਨਫੀਡੈਂਸ ਦੇ ਨਾਲ ਉਹ ਸਾਰੀ ਜ਼ਿੰਦਗੀ ਦੀ ਚੁਣੌਤੀਆਂ ਨੂੰ ਸਾਹਮਣਾ ਕਰ ਸਕਣ ਦੇ ਕਾਬਿਲ ਹੋਣਗੇ। ਲੇਕਿਨ ਜੇ ਇਹ ਮੈਂਟੈਲਿਟੀ ਜਿਹੜੀ ਹੈ ਕਿ ਸਿਰਫ ਬੱਚਾ ਬਾਹਰ ਹੀ ਭੇਜਣਾ, ਕਿਸੇ ਵੀ ਸੂਰਤ ਭੇਜਣਾ ਹੈ, ਕਿਸੇ ਰਿਸ਼ਤੇਦਾਰ ਦੇ ਲੇਖੇ ਲਾ ਕੇ, ਕਿਸੇ ਹੋਰ ਏਜੰਸੀ ਦੇ ਲੇਖੇ ਲਾ ਕੇ, ਤੇ ਉਹ ਮੈਨੂੰ ਲੱਗਦਾ ਕੋਈ ਬਹੁਤ ਅੱਛੀ ਸੋਚ ਨਹੀਂ ਹੈ। ਆਪਾਂ ਨੇ ਬੱਚਿਆਂ ਨੂੰ ਅੱਜ ਦੇ ਦੇਸ਼ ਦੇ ਅੱਜ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਬੱਚੇ, ਕੁੜੀਆਂ ਔਰ ਮੁੰਡਿਆਂ ਵਿੱਚ ਕੋਈ ਅੰਤਰ ਨਹੀਂ ਕਰਨਾ ਚਾਹੀਦਾ, ਬਿਲਕੁਲ ਹੈ। ਲੇਕਿਨ ਜੇ ਅਸੀਂ ਬੱਚੀ ਨੂੰ ਜਾਂ ਬੱਚੇ ਨੂੰ ਬਾਹਰ ਭੇਜਣ ਦਾ ਮਨ ਬਣਾਇਆ ਹੈ,
ਜਿਸ ਦੇਸ਼ ਦੇ ਵਿੱਚ ਜਾਣਾ ਉਸ ਦੇਸ਼ ਦੇ ਵਿੱਚ ਉੱਥੇ ਦੀ ਕੀ ਲੋੜਾਂ ਨੇ, ਉੱਥੇ ਦਾ ਸਮਾਜਿਕ ਆਰਥਿਕ ਜਿਹੜਾ ਜੀਵਨ ਦਾ ਪੱਧਰ ਕੀ ਹੈ, ਉਹਨੂੰ ਉੱਥੇ ਜਾ ਕੇ ਕੀ ਔਕੜਾਂ ਆਉਣਗੀਆਂ, ਇਹ ਜਾ ਕੇ ਉੱਥੇ ਜੇ ਆਪਣਾ ਜੀਵਨ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਜੀਣਾ ਚਾਹੁੰਦੀ ਹੈ, ਕਿਹੜੀ ਟ੍ਰੇਨਿੰਗ ਕਰਨੀ ਚਾਹੀਦੀ ਹੈ, ਕਿਹੜੀ ਪੜ੍ਹਾਈ ਕਰਨੀ ਚਾਹੀਦੀ ਹੈ, ਉਹ ਸਾਰੀ ਦੀ ਸਾਰੀ ਚੀਜ਼ਾਂ ਦੀ ਟ੍ਰੇਨਿੰਗ ਇੱਥੋਂ ਦੇ ਕੇ ਜੇ ਭੇਜਦੇ ਆ ਤੇ ਮੈਨੂੰ ਲੱਗਦਾ ਕਿ ਨਾ ਉਹਨੂੰ ਕੈਨੇਡਾ, ਨਾ ਇੰਗਲੈਂਡ, ਨਾ ਅਮਰੀਕਾ, ਨਾ ਨਿਊਜ਼ੀਲੈਂਡ, ਆਸਟ੍ਰੇਲੀਆ ਕਿਤੇ ਵੀ ਸਮੱਸਿਆ ਨਹੀਂ ਆਊਗੀ। ਲੇਕਿਨ ਪੇਰੈਂਟਸ ਇਸ ਬਾਰੇ ਬਹੁਤ ਜ਼ਿਆਦਾ ਚਿੰਤਿਤ ਨਹੀਂ ਹੁੰਦੇ, ਸਿਰਫ ਇਹ ਸੋਚਦੇ ਬਾਹਰ ਚਲੀ ਜਾਵੇ। ਇਸ ਕਰਕੇ ਫਿਰ ਆਪਾਂ ਦੇਖਦੇ ਹਾਂ ਬਾਹਰ ਕਈ ਆਪਾਂ ਰੋਜ਼ ਹੀ ਦੇਖਦੇ ਹਾਂ ਫੇਸਬੁੱਕ ਤੇ ਦੂਜੇ ਪੇਜ ਕਈ ਸਮੱਸਿਆਵਾਂ ਆ ਰਹੀਆਂ। ਸਰ ਸਮੱਸਿਆਵਾਂ ਤੇ ਆ ਹੀ ਰਹੀਆਂ ਨੇ, ਇੱਕ ਨਾਲ ਬੜੀ ਵੱਡੀ ਇੱਕ ਹੋਰ ਕਾਰਨ ਜੁੜ ਜਾਂਦਾ ਹੈ, ਜਿੱਥੇ ਤੁਸੀਂ ਕਿਹਾ ਕਿ ਬੱਚੀ ਨੂੰ ਪ੍ਰੋਪਰਲੀ ਤੁਹਾਨੂੰ ਇੱਕ ਰੈਡੀ ਕਰਕੇ ਫਿਰ ਭੇਜਣਾ ਚਾਹੀਦਾ ਬਾਹਰ। ਅੱਜ ਪੈਰੈਂਟਸ ਜਿਹੜੇ ਆ ਉਹ ਕਿਤੇ ਨਾ ਕਿਤੇ ਇਸ ਲਈ ਵੀ ਕਾਹਲੇ ਹੋ ਜਾਂਦੇ ਆ ਕਿ ਸਾਡੇ ਦੇਸ਼ ਦੇ ਵਿੱਚ ਵੀ ਜਿਹੜੀ ਔਰਤ ਆ, ਜਿਵੇਂ ਦਾ ਮਾਹੌਲ ਹੋ ਚੁੱਕਾ ਆ, ਕਈ ਵਾਰ ਇੰਨਾ ਕੁ ਜ਼ਿਆਦਾ ਹਾਲਾਤ ਜਿਹੜੇ ਆ ਇੰਨੇ ਕੁ ਜ਼ਿਆਦਾ ਤਣਾਅਪੂਰਨ ਬਣ ਜਾਂਦੇ ਆ ਗਰਲਸ ਨੂੰ ਲੈ ਕੇ ਕਿ ਕਈ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ, ਰੇਪ ਕੇਸਿਸ ਸਾਹਮਣੇ ਆਉਂਦੇ ਆ, ਐਸਿਡ ਅਟੈਕਸ ਸਾਹਮਣੇ ਆਉਂਦੇ ਆ, ਜਾਂ ਹੋਰ ਕਈ ਚੀਜ਼ਾਂ ਜਿਹੜੀਆਂ ਆ ਉਹ ਇੱਕ ਹਰਾਸਮੈਂਟ ਜਿਹੜੀ ਆ ਲੇਡੀਜ਼ ਲਈ ਬਣੀ ਹੋਈ ਆ। ਉਹਦੇ ਬਾਰੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਤਾਂ ਜਿਹੜੇ ਪੈਰੈਂਟਸ ਆ ਇਹਨਾਂ ਚੀਜ਼ਾਂ ਨੂੰ ਅੱਗੇ ਰੱਖਦੇ ਕਿ ਸਾਡੇ ਹੀ ਮੁਲਕ ਦੇ ਵਿੱਚ ਸਾਡੀਆਂ ਹੀ ਧੀਆਂ ਭੈਣਾਂ ਜਿਹੜੀਆਂ ਸੁਰੱਖਿਅਤ ਨਹੀਂ ਆ, ਤੇ ਇਸ ਕਰਕੇ ਅਸੀਂ ਉਹਨਾਂ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਜਿਹੜਾ ਆ ਉਹ ਭੇਜਦੇ ਆ। ਤੇ ਉੱਥੇ ਤੁਹਾਨੂੰ ਕੀ ਲੱਗਦਾ ਕਿ ਕੀ ਜਿਹੜੇ ਪੁਖਤਾ ਪ੍ਰਬੰਧ ਕਾਨੂੰਨ ਹੋਣੇ ਚਾਹੀਦੇ ਔਰਤ ਵਾਸਤੇ? ਇਹਦੇ 'ਚ ਬਿਲਕੁਲ ਕੋਈ ਰਾਏ ਨਹੀਂ ਹੈ ਕਿ ਸਾਡੇ ਦੇਸ਼ ਦੇ ਵਿੱਚ ਗਾਏ ਬਗਾਏ ਇੱਦਾਂ ਦੀ ਕੋਈ ਘਟਨਾ ਹੁੰਦੀ ਹੈ ਜਿਹੜੀ ਮੀਡੀਆ ਦੇ ਵਿੱਚ ਜਦ ਬਹੁਤ ਵੱਡੇ ਪੱਧਰ ਤੇ ਉਛਲਦੀ ਹੈ ਤੇ ਹਰ ਬੰਦੇ ਨੂੰ ਡਰ ਲੱਗਦਾ, ਖਾਸ ਕਰਕੇ ਕੁੜੀ ਦੀ ਸੇਫਟੀ ਸਿਕਿਉਰਿਟੀ ਨੂੰ ਲੈ ਕੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਿੱਥੇ ਤੱਕ ਕਾਨੂੰਨ ਦੀ ਗੱਲ ਹੈ, ਮੈਨੂੰ ਲੱਗਦਾ ਹਿੰਦੁਸਤਾਨ ਦਾ ਕਾਨੂੰਨ ਇਹਨਾਂ ਸਾਰੀ ਚੀਜ਼ਾਂ ਤੇ ਨੂੰ ਟੈਕਲ ਕਰਨ ਵਾਸਤੇ ਪੂਰੀ ਤਰ੍ਹਾਂ ਸક્ષਮ ਹੈ, ਸਮਰੱਥ ਹੈ। ਲੇਕਿਨ ਸਿਰਫ ਘਾਟ ਕਿਸ ਪੱਧਰ ਤੇ ਆਉਂਦੀ ਕਿ ਘਾਟ ਉਹਦੀ ਜਦ ਕਾਨੂੰਨ ਦੀ ਇੰਪਲੀਮੈਂਟੇਸ਼ਨ ਹੈ ਜਿਹੜੀ ਆ ਉਹ ਨਹੀਂ ਹੋ ਪਾਉਂਦੀ। ਉਹਦੇ ਵਿੱਚ ਵੀ ਦੇਖੋ, ਜੇ ਬੱਚੀ ਇੱਥੇ ਰਹਿ ਕੇ ਚੰਗੀ ਤਰ੍ਹਾਂ ਪੜ੍ਹੀ ਲਿਖੀ ਹੋਈ ਹੈ, ਜੇ ਬੱਚੀ 12ਵੀਂ ਕੀਤੀ ਹੈ, 10ਵੀਂ ਕੀਤੀ ਹੈ, ਉਹਦੇ ਵਿੱਚ ਦੇਖੋ ਜਿਹੜੇ ਟ੍ਰੈਡੀਸ਼ਨਲ ਸਬਜੈਕਟ ਹੈ ਸਕੂਲ 'ਚ ਪਿੰਡ 'ਚ ਵੀ ਪੜ੍ਹ ਰਹੀ ਹੈ, ਉਹਦੇ ਵਿੱਚ ਵੀ ਉਹਦੀ ਪੜ੍ਹਾਈ ਦੇ ਸਿਲੇਬਸ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਨੇ। ਬੇਟੀ ਪੜਾਓ ਬੇਟੀ ਬਚਾਓ ਮੌਜੂਦਾ ਸਰਕਾਰ ਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ। ਉਹਦਾ ਪਰਪਸ ਹੀ ਇਹੀ ਹੈ। ਬੇਟੀ ਤੋਂ ਭਾਵ ਜਿਹੜਾ ਹੈ ਕਿ ਬਹੁਤ ਛੋਟੀ ਉਮਰ ਦੀ ਬੱਚੀਆਂ ਤੋਂ ਹੀ ਹੈ, ਕੋਈ ਯੂਨੀਵਰਸਿਟੀ ਪੜ੍ਹਨ ਵਾਲੀ ਬੱਚੀਆਂ ਤੋਂ ਨਹੀਂ ਹੈਗਾ, ਕਿ ਜੇ ਉਹ ਬੱਚੀ ਪੜੂਗੀ ਔਰ ਬਚੂਗੀ ਤਾਂ ਹੀ ਦੇਸ਼ ਦੇ ਵਿੱਚ ਇੱਕ ਜਿਹੜਾ ਵਾਤਾਵਰਨ ਸੁਖਾਵਾਂ ਹੋਊਗਾ, ਸੋਹਣਾ ਹੋਊਗਾ, ਸੰਤੁਲਿਤ ਹੋਊਗਾ। ਇਹ ਸੋਚ ਨੂੰ ਲੈ ਕੇ ਹੈ। ਲੇਕਿਨ ਇਹ ਸੋਚੀਏ ਕਿ ਵੀ ਇੱਥੇ ਨਹੀਂ ਹੈ ਤੇ ਬਾਹਰ ਪਤਾ ਨਹੀਂ ਕੀ ਹੈ, ਬਾਹਰ ਦਾ ਤਾਂ ਬਿਲਕੁਲ ਹੀ ਨਹੀਂ ਪਤਾ। ਜਿਸ ਬਗਾਨੇ ਦੇਸ਼ ਦੇ ਵਿੱਚ ਤੁਸੀਂ ਇਹ ਤਾਂ ਨਹੀਂ ਹੈ ਨਾ ਟਿਕਟ ਕਰਾ ਕੇ ਤਾਂ ਬੱਚੀ ਸਾਨੂੰ ਫੋਨ ਕਰ, ਤੁਸੀਂ ਤਾਂ ਉੱਥੇ ਪਹੁੰਚ ਵੀ ਨਹੀਂ ਸਕਦੇ। ਇਸ ਕਰਕੇ ਇਹ ਸੋਚ, ਇਸ ਕਰਕੇ ਕਿ ਇੱਥੇ ਬਹੁਤ ਖਰਾਬ ਹੈ ਕੰਮ, ਸ਼ਾਇਦ ਉੱਥੇ ਚੱਲੇ, ਇਹ ਸੋਚ ਕੋਈ ਅੱਛੀ ਸੋਚ ਨਹੀਂ ਹੈ, ਕਿਉਂਕਿ ਉਸ ਕੰਟਰੀ ਦਾ ਤਾਂ ਕਾਨੂੰਨ ਅਲੱਗ ਕਿਸਮ ਦੇ ਆ, ਹਰ ਕੰਟਰੀ ਦਾ ਆਪਣੇ ਆਪਣੇ ਕਾਨੂੰਨ ਨੇ, ਕਿਉਂਕਿ ਉਹ ਬਹੁਤ ਸੇਫਟੀ ਸਿਕਿਉਰਿਟੀ ਉੱਥੇ ਆਪਣੇ ਦੇਸ਼ ਨਹੀਂ ਹੈ। ਇੱਦਾਂ ਦੀ ਵੀ ਗੱਲ ਨਹੀਂ ਹੈ। ਡਰਨ ਘਬਰਾਉਣ ਦੀ ਲੋੜ ਨਹੀਂ ਹੈ ਕਿ ਜੋ ਇੱਕ ਮਾਹੌਲ ਸਿਰਜਿਆ ਗਿਆ ਉਸ ਮਾਹੌਲ ਦੇ ਖਿਲਾਫ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨੂੰ ਬਿਹਤਰ ਬਣਾਉਣ ਵਾਸਤੇ ਕੋਸ਼ਿਸ਼ਾਂ ਕਰਨੀ ਚਾਹੀਦੀਆਂ, ਨਾ ਕਿ ਇੱਥੋਂ ਇਹ ਸੋਚ ਕੇ ਕਿ ਇੱਥੇ ਆ ਤਾਂ ਆਪਾਂ ਦੂਸਰੇ ਦੇਸ਼ ਚਲੇ ਜਾਈਏ ਉੱਥੇ ਸਭ ਕੁਝ ਠੀਕ ਹੋਊਗਾ। ਇਹ ਸੋਚ ਬਹੁਤ ਅੱਛੀ ਸੋਚ ਨਹੀਂ ਹੈ। ਸੋ ਸਰ, ਇੱਕ ਬੜਾ ਹੀ ਮੰਦਭਾਗੀ ਦੌਰ ਜਿਹੜਾ ਚੱਲ ਰਿਹਾ ਹੈ ਵਰਤਮਾਨ ਸਮੇਂ ਦੇ ਵਿੱਚ। ਅੱਜ ਅਸੀਂ ਕਿਸੇ ਵੀ ਚੀਜ਼ ਦਾ ਜਾਂ ਕਿਸੇ ਵੀ ਪੱਖ ਨੂੰ ਲੈ ਕੇ ਵਿਸ਼ਵਾਸਪੂਰਵਕ ਨਹੀਂ ਆ ਕਿ ਅਗਲੇ ਪਲ ਕੀ ਹੋ ਜਾਣਾ ਹੈ। ਜਾਂਦੇ ਜਾਂਦੇ ਇਹ ਸਮਾਂ ਜਿਹੜਾ ਹੁਣ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਇਸੇ ਗੱਲ ਨੂੰ ਲੈ ਕੇ ਕਿਹੜਾ ਸੰਦੇਸ਼ ਜਿਹੜਾ ਆ ਉਹ ਵਿਊਅਰਸ ਨੂੰ ਦੇਣਾ ਚਾਹੁੰਦੇ? ਦੇਖੋ, ਅੱਜ ਦਾ ਜਿਹੜਾ ਦੌਰ ਹੈ ਬੜਾ ਮੰਦਭਾਗਾ ਦੌਰ ਹੈ। ਸਿਰਫ ਪੰਜਾਬ ਜਾਂ ਹਿੰਦੁਸਤਾਨ ਦੀ ਗੱਲ ਨਹੀਂ, ਪੂਰੀ ਦੁਨੀਆ ਦੇ ਵਿੱਚ ਹੈ। ਲੇਕਿਨ ਜਿਵੇਂ ਗੱਲ ਤੁਹਾਨੂੰ ਯਾਦ ਹੋਊਗਾ ਜਦ ਏਡਸ ਦੀ ਗੱਲ ਚੱਲੀ ਸੀ, ਜਦ ਗੱਲ ਪੋਲੀਓ ਦੀ ਚੱਲੀ ਸੀ, ਅਸੀਂ ਸਾਰਿਆਂ ਨੇ ਮਿਲ ਕੇ ਐਡੀ ਵੱਡੀ ਜਿਹੜੀਆਂ ਮਹਾਮਾਰੀਆਂ ਤੋਂ ਜਿੱਤ ਪਾਈ ਹੈ। ਔਰ ਇਸ ਜਿਹੜਾ ਕੋਵਿਡ ਦੀ ਗੱਲ ਹੈਗੀ ਹੈ ਉਹਦੇ ਬਾਰੇ ਉਹਦਾ ਸਭ ਤੋਂ ਕਦੇ ਵੈਕਸੀਨ ਵੀ ਆ ਗਈ ਹੈ। ਵੈਕਸੀਨ ਤੋਂ ਇਲਾਵਾ ਸਭ ਤੋਂ ਵੱਡਾ ਇਲਾਜ ਉਹਦਾ ਬਚਾਅ ਹੈ। ਔਰ ਉਸ ਜਿਹੜੇ ਛੋਟੇ 3 ਤਰੀਕੇ ਦੱਸੇ ਹੈ, ਚਾਹੇ ਉਹ ਡਿਸਟੈਂਸਿੰਗ ਦੀ ਗੱਲ ਹੈ, ਚਾਹੇ ਆਪਣੇ ਹੱਥ ਧੋਣ ਦੀ ਗੱਲ ਹੈ, ਸੈਨੀਟਾਈਜੇਸ਼ਨ ਦੀ ਗੱਲ ਹੈ, ਔਰ ਮਾਸਕਿੰਗ ਦੀ ਗੱਲ ਹੈ। ਇਹ 3 ਬੜੇ ਸਧਾਰਨ ਔਰ ਸੌਖੇ ਤਰੀਕੇ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ। ਨਾਲ ਹੁਣ ਵੈਕਸੀਨ ਆ ਗਈ ਹੈ, 18 ਸਾਲ ਦੇ ਬੱਚਿਆਂ ਉੱਪਰ ਵੀ ਲੱਗਣੀ ਸ਼ੁਰੂ ਹੋ ਗਈ ਹੈ। ਕੁਝ ਸਟੇਟਾਂ 'ਚ ਹਾਲੇ ਸ਼ੁਰੂ ਨਹੀਂ ਹੋਈ, ਉਹ ਵੀ ਹੋਣ ਵਾਲੀ ਹੈ। ਆਪਾਂ ਆਪਣੀ ਵੈਕਸੀਨ ਲਵਾਈਏ ਔਰ ਇਹਨਾਂ 3 ਚੀਜ਼ਾਂ ਦਾ ਧਿਆਨ ਰੱਖੀਏ ਔਰ ਆਪਣੇ ਆਪ ਨੂੰ ਪੋਜ਼ਿਟਿਵ ਰੱਖੀਏ। ਹਰ ਹਾਲਾਤ ਦੇ ਵਿੱਚ ਜਿਹੜੇ ਨੈਗੇਟਿਵ ਖਬਰਾਂ ਬਹੁਤ ਜ਼ਿਆਦਾ ਪ੍ਰਚਾਰੀਆਂ ਜਾ ਰਹੀਆਂ, ਉਹ ਤੋਂ ਧਿਆਨ ਹਟਾਈਏ, ਕਿਉਂਕਿ ਉਹਦੇ ਨਾਲ ਫੀਅਰ ਸਾਈਕੋਸਿਸ ਹੁੰਦਾ ਹੈ ਔਰ ਫੀਅਰ ਸਾਈਕੋਸਿਸ ਤੁਹਾਡੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ, ਜਿਹਨੂੰ ਇਮਿਊਨਿਟੀ ਕਹਿੰਦੇ ਉਹਨੂੰ ਡਾਊਨ ਕਰਦਾ ਹੈ।
ਇਸ ਚੀਜ਼ਾਂ ਨੂੰ ਪਿੱਛੇ ਰੱਖ ਕੇ ਪੋਜ਼ਿਟਿਵ ਸੋਚ ਰੱਖ ਕੇ ਕਿ ਇਹ ਟੈਂਪਰੇਰੀ ਫੇਜ਼ ਹੈ, ਇਹ ਵੀ ਨਿਕਲ ਜਾਣਾ ਹੈ ਔਰ ਅਸੀਂ ਫਿਰ ਦੁਬਾਰਾ ਉਸ ਤਰੀਕੇ ਦੇ ਮਾਹੌਲ 'ਚ ਰਵਾਂਗੇ ਜਿਸ ਮਾਹੌਲ ਦੀ ਅਸੀਂ ਸਾਰਾ ਸੁਪਨਾ ਲੈਂਦੇ ਹਾਂ। ਮੈਂ ਸਾਰੇ ਵਿਊਅਰਸ ਤੋਂ ਇਹੀ ਆਸ ਕਰਦਾ ਕਿ ਆਪਾਂ ਇਸੇ ਤਰੀਕੇ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਜੀਏ ਤੇ ਬਹੁਤ ਸੁਖਾਵਾਂ ਔਰ ਬਹੁਤ ਵਧੀਆ ਜਿਹੜਾ ਔਰ ਹਸੀਨ ਸਮਾਂ ਹੋਊਗਾ ਆਉਣ ਵਾਲਾ। ਜੀ ਸਰ, ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਹੌਟ ਨਿਊਜ਼ ਇੰਡੀਆ ਦੀ ਵਿਲੱਖਣ ਸ਼ਖਸੀਅਤ ਲਈ ਆਪਣਾ ਕੀਮਤੀ ਸਮਾਂ ਕੱਢਿਆ, ਸਾਡੇ ਵਿਊਅਰਸ ਨੂੰ ਇੰਨੇ ਅੱਛੇ ਕੀਮਤੀ ਵਿਚਾਰ ਜਿਹੜੇ ਆ ਉਹਨਾਂ ਤੱਕ ਪਹੁੰਚਾਏ। ਤੁਹਾਡਾ ਬਹੁਤ ਧੰਨਵਾਦ। ਦੋਸਤੋ, ਹੌਟ ਨਿਊਜ਼ ਇੰਡੀਆ ਦੀ ਟੀਮ ਹਮੇਸ਼ਾ ਤੁਹਾਨੂੰ ਗੁਜ਼ਾਰਿਸ਼ ਕਰਦੀ ਆ ਕਿ ਪਲੀਜ਼ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ। ਜਦੋਂ ਵੀ ਕਿਤੇ ਬਾਹਰ ਨਿਕਲੋ ਤਾਂ ਮਾਸਕ ਜ਼ਰੂਰ ਪਹਿਨ ਕੇ ਜਾਓ। ਆਪਣੇ ਹੱਥਾਂ ਨੂੰ ਹਰ 10 ਤੋਂ 20 ਮਿੰਟ ਬਾਅਦ ਸੈਨੀਟਾਈਜ਼ ਕਰਦੇ ਰਹੋ, ਕਿਉਂਕਿ ਇੱਕ ਪੁਰਾਣੀ ਕਹਾਵਤ ਹੈ ਜੀ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਤੇ ਜੇਕਰ ਅਸੀਂ ਪਰਹੇਜ਼ ਕਰ ਲਵਾਂਗੇ ਤਾਂ ਸ਼ਾਇਦ ਸਾਨੂੰ ਇਲਾਜ ਦੀ ਜ਼ਰੂਰਤ ਵੀ ਨਹੀਂ ਪਏਗੀ। ਤੁਹਾਨੂੰ ਸਾਡਾ ਅੱਜ ਦਾ ਇਹ ਐਪੀਸੋਡ ਕਿਹੋ ਜਿਹਾ ਲੱਗਾ? ਆਪਣੇ ਕੀਮਤੀ ਵਿਚਾਰ ਜਿਹੜੇ ਆ ਉਹ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ। ਤੇ ਹੁਣ ਮੈਨੂੰ ਸੁਮਨਦੀਪ ਕੌਰ ਨੂੰ ਦਿਓ ਇਜਾਜ਼ਤ ਜੀ। ਧੰਨਵਾਦ।